ਦਰਸ਼ਕਾਂ ਨੂੰ। ਜੀ। ਸੋ ਅੱਜ ਦੇ ਸਮੇਂ ਦੇ ਵਿੱਚ ਰੀਲੋਕੇਸ਼ਨ ਦਾ ਜਿਹੜਾ ਇਸ਼ੂ ਹੈ ਕੀ ਆ? ਲਾਈਕ ਇਹ ਹੈ ਕਿਉਂ ਆ ਇਸ਼ੂ, ਇਹ ਇੰਨਾ ਜ਼ਿਆਦਾ ਜਿਹੜਾ ਉਹ ਹੈ ਕਿਉਂ ਹੈਗਾ ਹੈ? ਸੋ ਇਦਾਂ ਆ ਕਿ ਜਦੋਂ ਆਪਾਂ ਕਰਨ ਲੱਗੇ ਸੀ ਨਾ, ਮੈਨੂੰ ਜਿੰਨੀ ਸਮਝ ਆਈ ਕਿ ਜਿੱਦਾਂ ਮੈਂ ਦੇਖਿਆ ਕਿ ਲੋਕੀ ਕੇਸ ਕਿਹੜੇ ਹਿਸਾਬ ਨਾਲ ਹੈਂਡਲ ਕਰਦੇ ਆ, ਹੂੰ, ਹੂੰ। ਵਕੀਲ ਕਿਹੜੇ ਹਿਸਾਬ ਨਾਲ ਹੈਂਡਲ ਕਰਦੇ ਆ, ਅੱਗੋਂ ਕਲਾਇੰਟਾਂ ਨੂੰ ਕਿੰਨੀ ਕੁ ਸਮਝ ਆ, ਕਲਾਇੰਟ ਜਿਹੜਾ ਰਿਸਪੋਂਡੈਂਟ ਜਿਹੜਾ ਆਪ ਕਹਿ ਲਓ ਜਿੰਨਾ ਬੀਤੀ ਹੈ ਹਨਾ। ਤੇ ਉਹ ਮੈਂ ਇਹੀ ਦੇਖਿਆ ਕਿ ਸਾਰਾ ਜ਼ੋਰ ਉਹਨਾਂ ਨੇ ਬਸ ਉਸੇ ਚੀਜ਼ ਤੇ ਲਾਇਆ ਹੋਇਆ ਸੀਗਾ ਕਿ ਹੋਇਆ ਕਿ ਇੰਡੀਆ 'ਚ ਮੰਗਾਂ ਕੀ ਆ, ਤੇ ਹਮਲਾ ਕਿੰਨੀ ਵਾਰੀ ਹੋਇਆ, ਤੇ ਇਲਾਜ ਕਿੱਥੋਂ ਕਰਾਇਆ, ਤੇ ਫਿਰ ਮੈਂ ਅਮਰੀਕਾ ਆ ਗਿਆ। ਸਾਰਾ ਜਿਹੜਾ ਸੀਗਾ ਕੇਸ ਉਹਨਾਂ ਦਾ ਉਸੇ ਚੀਜ਼ 'ਚ ਸੀਮਿਤ ਸੀਗਾ। ਤੇ ਕਾਫੀ ਲੋਕਾਂ ਨੂੰ ਜਦੋਂ ਤੁਸੀਂ ਸੁਣੋ ਤਾਂ ਉਹ ਇਦਾਂ ਸੀਗਾ, ਆਲਮੋਸਟ ਇਦਾਂ ਲੱਗਦਾ ਹੈਗਾ ਕਿ ਟੇਪ ਜਿੱਦਾਂ ਪਲੇ ਕੀਤੀ ਹੈ ਨਾ, ਰੱਟਾ ਲਾਇਆ ਬੰਦੇ ਨੇ ਕਿ ਇਦਾਂ ਮੇਰੇ ਤੇ 2 ਵਾਰੀ ਹਮਲਾ ਹੋਇਆ। ਮੈਂ ਪੋਸਟ ਓਰੀਗਨ ਵਾਲੇ ਕੋਰਟ ਦੀ ਆਪਾਂ ਜੇ ਗੱਲ ਕਰੀਏ, ਉਹਨਾਂ ਤਾਂ ਜੱਜਾਂ ਨੇ ਕਹਿ ਵੀ ਦਿੱਤਾ ਕਿ ਤੁਸੀਂ ਸਾਰੇ ਸੇਮ ਹੀ ਥਿੰਗ ਕਹੀ ਜਾਂਦੇ ਬਾਰ-ਬਾਰ ਹਨਾ, ਸਾਨੂੰ ਯਕੀਨ ਨਹੀਂ ਹੈਗਾ। ਇੱਥੇ ਕੇਸ ਲਾਅ ਵੀ ਹੋਇਆ ਮੈਟਰ ਆਫ ਆਰ ਕੇ ਕਿ ਸਿਮਿਲਰ ਜਦੋਂ ਬਹੁਤ ਜ਼ਿਆਦਾ ਸਿਮਿਲਰ ਫੈਕਟ ਪੈਟਰਨ ਸੇਮ ਆ, ਤਾਂ ਉਹਦੇ ਵਿੱਚ ਹੈਗਾ ਕਿ ਕੋਰਟ ਇਹ ਸੋਚ ਸਕਦਾ ਹੈਗਾ ਕਿ ਇਹ ਝੂਠ ਬੋਲਦੇ ਆ ਸਾਰੇ ਜਣੇ। ਤੇ ਕਾਫੀ ਜਿਹੜੇ ਜਦੋਂ ਆਪਾਂ ਅਸਾਈਲਮ ਦੇ ਕੰਮ ਦੇ ਵਿੱਚ ਆਏ ਸੀਗਾ, ਕਿਉਂਕਿ ਪਹਿਲਾਂ ਮੈਂ ਜਦੋਂ ਕੰਮ ਕਰਦਾ ਸੀਗਾ, ਪਹਿਲਾਂ ਮੇਰੇ ਹੋਰ ਨੈਸ਼ਨੈਲਿਟੀਜ਼ ਵਾਲੇ ਕੇਸ ਸੀਗੇ, ਮਿਡਲ ਈਸਟਰਨ ਕਾਫੀ ਸਾਰੇ ਅਸਾਈਲਮ ਦਾ ਮੇਰਾ ਥੋੜਾ ਗ੍ਰਾਫ ਪੁੱਠਾ ਚੱਲਿਆ ਕਿ ਮੈਂ ਪਹਿਲਾਂ ਬਾਕੀ ਸਾਰੀ ਕਮਿਊਨਿਟੀਆਂ ਦੇ ਕਰ ਕੁਰ ਕੇ ਪੰਜਾਬੀਆਂ ਦੇ ਜਿਹੜੇ ਕੇਸ ਸੀਗੇ ਉਹ ਬਿਲਕੁਲ ਲੇਟਰ ਪਾਰਟ ਆਫ ਮਾਈ ਕਰੀਅਰ ਆਇਆ। ਸੋ ਉਹਦੇ ਵਿੱਚ ਸਾਰਿਆਂ ਦਾ ਇਹੀ ਦੇਖਿਆ ਕਿ ਜਿਹੜੇ ਨਾ ਵਕੀਲਾਂ ਕੋਲ ਟਾਈਮ ਆ, ਨਾ ਉਹਨਾਂ ਦੇ ਪੈਰਾਲੀਗਲਾਂ ਕੋਲ ਟਾਈਮ ਆ, ਤੇ ਸਾਰਾ ਜਿਹੜਾ ਜ਼ੋਰ ਉਹਨਾਂ ਨੇ ਉੱਤੇ ਲਾਇਆ ਸੀਗਾ ਕਿ ਹਮਲਾ ਕਿੱਦਾਂ ਹੋਇਆ, ਕਿੰਨੀ ਵਾਰੀ ਕੁੱਟ ਪਈ, ਤੇ ਬਸ ਬੰਦਾ ਫਿਰ ਅਮਰੀਕਾ ਆ ਗਿਆ, ਰਾਈਟ। ਸੋ ਇਹਨੂੰ ਹੁਣ ਤੁਸੀਂ ਅੱਗੇ ਕਰ ਲਓ ਜੇ ਕੀ ਹੁੰਦਾ ਸੀਗਾ, ਪਹਿਲਾਂ ਤਾਂ ਚਲੋ ਤਰੀਕਾਂ ਪੈ ਜਾਂਦੀਆਂ ਸੀਗੀਆਂ 3 ਸਾਲ 'ਚ 4 ਸਾਲ 'ਚ। ਹੁਣ ਪ੍ਰੋਬਲਮ ਕੀ ਪੈ ਜਾਂਦੀ ਸੀਗੀ ਕਿ ਉਹੀ 2-2 3-3 ਵਾਰੀ ਕੋਵਿਡ ਕਰਕੇ, ਕਿਸੇ ਹੋਰ ਰੀਜ਼ਨ ਕਰਕੇ ਜਿਹੜੀਆਂ ਡੇਟ ਸੀਗੀਆਂ ਉਹ ਪੋਸਟਪੋਨ ਹੋ ਗਈਆਂ। ਸੋ ਉਹੀ ਜਿਹੜੀ ਬੰਦੇ ਦੀ ਹੀਅਰਿੰਗ ਆਣੀ ਸੀਗੀ 3 ਸਾਲਾਂ 'ਚ, ਉਹ ਹੁਣ 10 ਸਾਲ ਬਾਅਦ ਆਉਂਦੀ ਆ। ਸੋ 10 ਸਾਲਾਂ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਜਿਹੜੀ ਜੇ ਉਹਦਾ ਸਾਰਾ ਬੇਸ ਇਹੀ ਹੈ ਕਿ ਮੈਨੂੰ ਪਹਿਲਾਂ ਕੁੱਟ ਪਈ ਸੀਗੀ, 10 ਸਾਲ ਹੋ ਗਏ, ਹੁਣ 10 ਸਾਲ ਦੇ ਵਿੱਚ ਜੱਜ ਕੀ ਕਹਿੰਦਾ ਕਿ ਚੱਲ ਤੇਰੀ ਪਾਸਟ ਪਰਸੀਕਿਊਸ਼ਨ ਆ, ਪਰ ਹੁਣ ਤਾਂ ਹਾਲਾਤ ਬਹੁਤ ਜ਼ਿਆਦਾ ਚੇਂਜ ਹੋ ਗਏ। ਤੂੰ ਗੱਲ ਕਰਦਾ ਪਿਆ ਅਕਾਲੀ ਦਲ ਦੀ, ਕਾਂਗਰਸ ਦੀ, ਉਸ ਤੋਂ ਬਾਅਦ ਤਾਂ ਬਹੁਤ ਨਵੀਆਂ ਪਾਰਟੀਆਂ ਆ ਗਈਆਂ, ਆਮ ਆਦਮੀ ਪਾਰਟੀ ਆ ਗਈ, ਹੋਰ ਬੜੇ ਜੀ, ਨਵੇਂ ਜੀ। ਸਾਰੇ ਜਿਹੜੇ ਪਲੇਅਰ ਆ ਉਹ ਸੀਨ 'ਚ ਆ ਗਏ। ਤੇ ਦੂਜਾ ਇਦਾਂ ਕਿ ਜਿਹੜੇ ਤੂੰ ਕੰਮ ਦੱਸੇ ਆ ਕਿ ਤੂੰ ਝਾੜੂ ਪੋਚੇ, ਸਾਫ਼ ਸਫਾਈ, ਲੰਗਰ, ਪੋਸਟਰ, ਮੈਡੀਕਲ ਕੈਂਪ, ਗਰੀਬ ਕੁੜੀਆਂ ਦੇ ਵਿਆਹ ਜਿਹੜੇ ਤੁਹਾਡੇ ਹੈਗੇ ਆ, ਇਹ ਐਡੇ ਲੈਵਲ ਦਾ ਕੋਈ ਕੰਮ ਤਾਂ ਹੈ ਨਹੀਂਗਾ ਕਿ ਤੁਹਾਨੂੰ 10 ਸਾਲ ਬਾਅਦ ਕੋਈ ਅੱਜ ਦੀ ਡੇਟ 'ਚ ਲੱਭ ਰਿਹਾ। ਜੀ, ਜੀ। ਉਹ ਫਿਰ ਉਹਨੂੰ ਬੰਦੇ ਨੂੰ ਸਵਾਲ ਪੁੱਛਦੇ ਕਿ ਤੈਨੂੰ ਉਹ ਲੱਭੂਗੇ ਕਿੱਦਾਂ ਦੂਜੀ ਸਟੇਟ। ਪਹਿਲਾਂ ਤਾਂ ਸੀਗਾ ਕਿ ਸਾਰੇ ਆਧਾਰ ਕਾਰਡ, ਪੈਨ ਕਾਰਡ, ਉਹਦੇ ਵਿੱਚ ਸਰਕਾਰ ਨੇ ਡਿਸੀਜਨ ਵੀ ਦੇ ਦਿੱਤੇ ਆਪਣੇ ਕਿ ਨਹੀਂ ਭਾਈ, ਸਾਡੇ ਕੋਲ ਡੇਟਾ ਕਿ ਸਰਕਾਰ ਟਰੈਕ ਨਹੀਂ ਕਰਦੀ, ਆਧਾਰ ਕਾਰਡ, ਪੈਨ ਕਾਰਡ ਰਾਹੀਂ ਟਰੈਕ ਨਹੀਂ ਕਰਦੀ ਹੈਗੀ ਇੰਡੀਅਨ ਸਰਕਾਰ, ਉਹਨਾਂ ਕੋਲ ਕੋਈ ਟੂਲ ਨਹੀਂ ਹੈਗਾ ਇੱਦਾਂ ਦਾ। ਜੀ। ਉਹਦੇ ਵਿੱਚ ਹੁਣ ਕੀ ਆ ਗਿਆ ਅੱਗੋਂ ਦੀ ਕਿ ਸੈਨ ਫਰਾਂਸਿਸਕੋ ਕੋਰਟ ਥੋੜਾ ਜਿਹਾ ਨਾਈਸ ਸੀਗਾ, ਜੱਜ ਜੁੱਜ ਥੋੜੇ ਜਿਹਾ ਨਾਈਸ ਸੀਗੇ। ਸੋ ਇਹ ਸੀਗਾ ਕਿ ਮੰਨ ਲਓ ਕਿ ਔਨ ਐਵਰੇਜ 60-70% ਕੇਸ ਸੀਗੇ ਜਿਹੜੇ ਪਾਸ ਹੋ ਜਾਂਦੇ ਸੀਗੇ। 30% ਕੇਸ ਸੀਗੇ ਜਿਹੜੇ ਉਹ ਉੱਡ ਜਾਂਦੇ ਸੀਗੇ ਕਿ ਰੀਲੋਕੇਸ਼ਨ, ਕਿ ਤੁਸੀਂ ਕਰ ਨਹੀਂ ਪਾਏ। ਤੇ ਸਿਸਟਮ ਥੋੜਾ ਇਦਾਂ ਦਾ ਬਣਿਆ ਸੀਗਾ, ਜਿਹੜੇ ਫੇਲ ਹੁੰਦੇ ਸੀ ਉਹ ਕਹਿੰਦੇ ਕੋਈ ਨਹੀਂ, ਹੋ ਗਿਆ ਕਿਸਮਤ ਆ, ਨਹੀਂ ਹੋਇਆ ਨਹੀਂ ਹੋਇਆ ਹਨਾ। ਇਦਾਂ ਦਾ ਬੜਾ ਚੱਲਦਾ ਹੈਗਾ ਕਿ ਚਲੋ ਜਿੱਦਾਂ ਦੀ ਕਿਸਮਤ ਆ ਉਦਾਂ ਦਾ ਹੀ ਹੁੰਦਾ ਵਾ। ਹੂੰ, ਹੂੰ। ਤੇ ਬਾਕੀ ਵਕੀਲ ਵਕੂਲ ਵੀ ਜਿਹੜੇ ਸੀਗੇ ਉਹ ਵੀ ਕਹਿੰਦੇ ਚੱਲ ਠੀਕ ਹੈ, 70-80% ਹੋਈ ਜਾਂਦੇ ਆ, ਕਾਹਦੀ ਟੈਨਸ਼ਨ ਲੈਣੀ ਵਾਧੂ ਹਨਾ। ਤੇ ਹੁਣ ਕੀ ਹੋਇਆ ਕਿ ਆਹੀ ਜਿਹੜਾ ਕੋਵਿਡ ਦਾ ਸੀਗਾ, ਉਹੀ ਹੁਣ ਕੀ ਹੋਇਆ ਕਿ ਸਾਡਾ ਰੀਲੋਕੇਸ਼ਨ ਤੇ ਆ ਗਿਆ ਨਾ। ਹੁਣ ਰੀਲੋਕੇਸ਼ਨ ਦਾ ਮੁੱਦਾ ਆ ਗਿਆ, ਨਿਊਯਾਰਕ ਦੇ ਵਿੱਚ ਕੇਸ ਆ ਗਿਆ। ਉਹਨਾਂ ਨੇ ਕਹਿਤਾ ਕਿ ਉਹਨਾਂ ਨੇ ਇੱਕ ਹੋਰ ਲੇਅਰ ਐਡ ਕਰਤੀ, ਸਰਕਟ ਕੋਰਟ ਵਾਲਿਆਂ ਨੇ। ਉਹਨਾਂ ਨੇ ਇਹ ਐਡ ਕਰਤੀ ਕਿ ਪਾਰਟੀ ਦੇ ਵਰਕਰਾਂ ਨੂੰ ਆਪਾਂ, ਜੇ ਤੁਹਾਨੂੰ ਕੋਈ ਪਾਰਟੀ ਦੇ ਵਰਕਰ ਤੰਗ ਕਰਦੇ, ਆਪਾਂ ਉਹਨਾਂ ਨੂੰ ਸਰਕਾਰ ਹੀ ਨਹੀਂ ਮੰਨਦੇ। ਸੋ ਪੁਲਿਸ ਨੂੰ ਆਪਾਂ ਸਰਕਾਰ ਮੰਨਦੇ, ਪਾਰਟੀ ਦੇ ਵਰਕਰਾਂ ਨੂੰ ਆਪਾਂ ਸਰਕਾਰ ਨਹੀਂ ਮੰਨਦੇ। ਕਿਉਂਕਿ ਪਾਰਟੀ ਦੇ ਵਰਕਰਾਂ ਨੂੰ ਆਪਾਂ ਸਰਕਾਰ ਨਹੀਂ ਮੰਨਦੇ, ਇਸ ਲਈ ਜਿਹੜਾ ਬਰਡਨ ਆਫ ਪ੍ਰੂਫ ਹੈਗਾ ਉਹ ਤੁਹਾਡੇ ਵੱਲ ਹੀ ਸਬਮਿਟ, ਤੁਹਾਡੇ ਉੱਤੇ ਬਰਡਨ ਰਹਿੰਦਾ ਕਿ ਤੁਸੀਂ ਪ੍ਰੂਵ ਕਰਨਾ ਕਿ ਰੀਲੋਕੇਸ਼ਨ ਰੀਜ਼ਨੇਬਲ ਜਾਂ ਸੇਫ ਨਹੀਂ ਹੈਗੀ। ਹੁਣ ਇਹ ਚੱਕਰ ਬੜਾ ਪੈ ਗਿਆ ਕਿ 9th ਸਰਕਟ 'ਚ ਚੱਲਦਾ ਸੀਗਾ ਸਿੰਘ ਵਰਸਸ ਵਿਟੇਕਰ, ਉਹਦੇ ਵਿੱਚ ਉਹ ਪਾਰਟੀ ਦੇ ਵਰਕਰਾਂ ਨੂੰ ਸਰਕਾਰ ਮੰਨਦੇ ਸੀਗੇ। ਸੋ 9th ਸਰਕਟ ਦੇ ਜਿਹੜੇ ਸੈਨ ਫਰਾਂਸਿਸਕੋ ਦੇ ਸੀਗੇ ਕੇਸ ਥੋੜੇ ਜਿਹੇ ਸੌਖੇ ਅਪਰੂਵ ਹੋ ਜਾਂਦੇ ਸੀਗੇ। ਜਿਹੜਾ ਨਿਊਯਾਰਕ ਸੀਗਾ ਉਹਦੀ ਜਿਹੜੀ ਸੀਗੀ ਲੀਗਲ ਰਿਕੁਆਇਰਮੈਂਟ ਹੋਰ ਟਾਈਟ ਹੋ ਗਈ। ਸੋ ਆਹੀ ਸੇਮ ਵਕੀਲ ਜਿਹੜੇ ਕੈਲੀਫੋਰਨੀਆ 'ਚ ਆ, ਇੱਦਾਂ ਹੀ ਤੁਸੀਂ ਲਾ ਲਓ ਨਿਊਯਾਰਕ ਵਾਲੇ, ਪਰ ਨਿਊਯਾਰਕ ਵਾਲਿਆਂ ਨੂੰ ਕੀ ਪੈ ਗਿਆ ਕਿ ਉਹਨਾਂ ਨੂੰ ਹੁਣ ਥੋੜਾ ਜਿਹਾ ਵਾਧੂ ਕੰਮ ਕਰਨਾ ਪੈਣਾ ਸੀਗਾ। ਠੀਕ ਹੈ। ਤੇ ਉਹ ਪਹਿਲਾਂ ਹੀ ਨਹੀਂ ਰੈਡੀ ਸੀਗੇ, ਜਿਹੜਾ ਜਿੱਥੇ ਕਿ ਚੱਲਦਾ ਸੀਗਾ। ਸੋ ਕੀ ਸੀਗਾ ਕਿ ਸਿੰਘ ਵਰਸਸ ਗਾਰਲੈਂਡ ਨੇ ਕੀ ਕੀਤਾ ਕਿ ਉਹਨੇ ਰੂਲ ਚੇਂਜ ਕਰਤੇ ਕਿ ਬਾਈ ਜਿਹੜੀ ਪਾਰਟੀ ਵਰਕਰ ਆ ਉਹ ਹੈ ਨਹੀਂ ਗਏ, ਹੁਣ ਬਰਡਨ ਤੁਹਾਡੇ ਉੱਤੇ ਆ, ਤੁਸੀਂ ਸ਼ੋਅ ਕਰਨਾ ਸਾਰਾ ਕਿ ਰੀਲੋਕੇਸ਼ਨ ਪੋਸੀਬਲ, ਰੀਜ਼ਨੇਬਲ, ਫੀਜ਼ੀਬਲ ਹੈਗੀ ਕਿ ਨਹੀਂ ਹੈਗੀ। ਠੀਕ ਹੈ। ਉਹ ਹੁਣ ਤਾਂ ਬੰਦਾ ਕਰੂਗਾ ਜੇ ਉਹਦੀ ਵਕੀਲ ਦੇ ਨਾਲ ਟਿਊਨਿੰਗ ਹੋਈ ਆ, ਬੈਠਾ ਵਾ ਵਕੀਲ,
ਸਵਾਲ ਜਵਾਬ ਪੁੱਛੇ ਹੋਏ ਆ, ਬੰਦੇ ਨੂੰ ਪਤਾ ਕਿ ਆ ਮੇਰੇ ਕੋਲ ਪੁੱਛਿਆ ਜਾਣਾ ਤੇ ਕੀ ਕਹਿਣਾ। ਸੋ ਉਹ ਸਿਸਟਮ ਜਿੱਦਾਂ ਦਾ ਚੱਲ ਰਿਹਾ ਸੀਗਾ, ਜਦੋਂ ਬਿਆਨ ਹੋ ਕੇ ਸਾਰੇ ਹਟਦੇ ਸੀਗੇ, ਬੰਦਾ ਸਾਨੂੰ ਆ ਕਹਿੰਦਾ ਭਾਜੀ ਮੈਂ ਸਾਰੇ ਬਿਆਨ ਸਹੀ ਦਿੱਤੇ ਸੀਗੇ, ਤਾਂ ਵੀ ਮੇਰਾ ਪਤਾ ਨਹੀਂ ਕਿਉਂ ਉਹਨਾਂ ਨੇ ਡਿਨਾਈ ਕਰਤਾ। ਸੋ ਹੂੰ, ਜਦੋਂ ਸਾਰੇ ਅਪੀਲਾਂ-ਪੁਲਾਂ ਦੇਖੀਆਂ, ਆਪਾਂ ਅਪੀਲਾਂ-ਪੁਲਾਂ ਤੇ ਕੰਮ ਕਰਨਾ ਸ਼ੁਰੂ ਕੀਤਾ, ਉਤੋਂ ਪਤਾ ਲੱਗਿਆ ਕਿ ਯਾਰ ਇਹ ਤਾਂ ਵਕੀਲ ਇਹਨਾਂ ਦੇ ਨੇ ਬਰਡਨ ਹੀ ਨਹੀਂ ਮੀਟ ਕੀਤਾ। ਉਹਨਾਂ ਨੇ ਆਪਣਾ ਉਹੀ ਬਸ ਜਿਹੜਾ ਹੁੰਦਾ ਕਿ ਸਵਾਲ ਜਵਾਬ ਪੁੱਛ ਕੇ ਕੀ ਹੋਇਆ, ਕਿੰਨੀ ਵਾਰੀ ਕੁੱਟ ਪਈ, ਤੇ ਅੱਗੇ ਰੀਲੋਕੇਸ਼ਨ ਦੇ ਮੁੱਦੇ ਤੇ ਆ ਕੇ ਜ਼ੀਰੋ ਆਰਗੂਮੈਂਟ, ਮਤਲਬ ਕੋਈ ਵੀ ਇੱਕ ਵੀ ਜਿੱਦਾਂ ਕਹਿ ਲਓ ਲੀਗਲ ਆਰਗੂਮੈਂਟ ਦਿੱਤੀ ਨਹੀਂ ਉਹਦੀ ਕਿ ਇਹਨੂੰ ਕਿੱਦਾਂ ਸਿੰਘ ਵਰਸਸ ਗਾਰਲੈਂਡ ਨੂੰ ਕਿੱਦਾਂ ਕਾਊਂਟਰ ਕਰਨਾ, ਰਾਈਟ। ਹਾਂ, ਉਹ ਠੀਕ ਆ। ਏਦਾਂ ਸੀਗਾ ਕਿ ਰਸ਼ ਬੜਾ ਹੁੰਦਾ ਵਕੀਲਾਂ ਕੋਲ, ਕੇਸ ਤਾਂ ਚਲੋ ਆ ਹੀ ਜਾਣੇ ਆ, ਤਾਂ ਵੀ ਭਾਵੇਂ 20-30% ਬੰਦਾ ਹਾਰ ਵੀ ਜਾਊਗਾ, ਚੱਲ ਠੀਕ ਆ, ਦੁਕਾਨ ਤਾਂ ਚੱਲਦੀ ਰਹਿਣੀ ਹੈ। ਪਰ ਏਦਾਂ ਕਿ ਉਹ ਜਦੋਂ ਹੁਣ ਏਦਾਂ ਦਾ ਸਿੰਘ ਵਰਸਸ ਗਾਰਲੈਂਡ ਵਾਲਾ ਕੇਸ ਏਦਾਂ ਦਾ ਜਦੋਂ ਆ ਜਾਂਦਾ ਉਸ ਹੂੰ, ਲੈਵਲ ਦਾ, ਤਾਂ ਫਿਰ ਕੀ ਸੀਗਾ ਕਿ ਫਿਰ ਹੁਣ ਕੀ ਹੈ ਕਿ ਹੁਣ ਗੇਮ ਡਿਫਿਕਲਟ ਹੋ ਜਾਂਦੀ ਥੋੜੀ ਜਿਹੀ। ਉਹਦੇ ਲਈ ਕੀ ਹੈਗਾ ਕਿ ਤੁਹਾਨੂੰ ਥੋੜੀ ਬਰੀਕੀ 'ਚ ਜਿਹੜਾ ਜਾਣਾ ਪੈਣਾ, ਜੇ ਨਹੀਂ ਜਾਓਗੇ ਤਾਂ ਉਹਨਾਂ ਨੇ ਡਿਫਾਲਟ ਹੀ ਡਿਨਾਈ ਕਰੀ ਜਾਣੇ। ਸੋ ਉਹਦਾ ਹੂੰ, ਕੀ ਹੈ ਕਿ ਉਹ ਕੀਤਾ, ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਰੇਡੀਓ ਤੇ ਇਹ ਬੋਲਦੇ ਆ, ਰੀਲੋਕੇਸ਼ਨ ਦਾ ਮੁੱਦਾ ਇਹਨਾਂ ਕੋਲ ਹੈਂਡਲ ਹੁੰਦਾ। ਕਾਫੀ ਲੋਕਾਂ ਨੇ ਸਾਡੇ ਕੋਲ ਖੜੇ ਪੈਰ ਲਾਸਟ ਮਿੰਟ ਤੇ ਰੀਲੋਕੇਸ਼ਨ ਦੇ ਮੁੱਦੇ ਕਰਕੇ ਕਿ ਇਹਨਾਂ ਕੋਲ ਹੂੰ, ਕੇਸ ਨਿਕਾਲਣੇ, ਚੱਲ ਇਹਨਾਂ ਨੂੰ ਟੈਕਨੀਕਲ ਸਮਝ ਆਏ ਕਰ ਦੂਗੇ, ਹਨਾ। ਸੋ ਹੁਣ ਕੀ ਸੀਗਾ ਕਿ ਉਹ ਜਿਹੜੀ ਰੀਲੋਕੇਸ਼ਨ ਦੀ ਚੀਜ਼ ਹੈ ਨਾ, ਉਹ ਇਵੋਲਵ ਹੋਈ ਜਾ ਰਹੀ ਹੈ। ਕੀ ਹੈ ਕਿ ਰੇਡੀਓ ਦੇ ਸ਼ੋਅ ਇਦਾਂ ਕਿ ਸੁਣ ਵੀ ਲਓਗੇ, ਪਰ ਕੀ ਹੈ ਕਿ ਅੱਗੇ ਹੁਣ 9 ਸਰਕਟ ਦੇ ਵਿੱਚ ਫੇਰ ਸਿੰਘ ਵਰਸਸ ਗਾਰਲੈਂਡ 2 ਕੇਸ ਆ ਗਏ। ਉਹਨਾਂ ਨੇ ਫੇਰ ਲਾਅ ਥੋੜਾ ਜਿਹਾ ਚੇਂਜ ਕਰਤਾ। ਉਧਰੋਂ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤ ਗਿਆ। ਸਰਕਾਰ ਕਹਿੰਦੀ ਕਿ ਆਪਾਂ, ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਆਪਾਂ ਇਹ ਸ਼ੋਅ ਕਰਨਾ ਕਿ ਕਿਤੇ ਵੀ ਇੱਕ ਏਰੀਆ ਦੇ ਵਿੱਚ ਜਾ ਕੇ ਇਹ ਸੇਫ ਰਹਿ ਸਕਦਾ, ਸੰਗਰੂਰ 'ਚ ਇਹ ਸੇਫ ਰਹਿ ਸਕਦਾ, ਰਾਈਟ। ਹੁਣ ਉਹਦੇ ਉੱਤੇ ਤਿਆਰੀ ਨਹੀਂ ਹੋਈ ਕਲਾਇੰਟ ਦੀ। ਫਿਰ ਜੀ ਆਮ ਆਦਮੀ ਪਾਰਟੀ ਆ ਗਈ, ਆਮ ਆਦਮੀ ਪਾਰਟੀ ਨੇ ਕਿਹਾ ਕਿ ਆਪਾਂ ਕਰਪਸ਼ਨ ਹਟਾ ਦੇਣੀ ਹੈ। ਸਰਕਾਰ ਨੇ ਉਹ ਵਾਲੇ ਆਰਟੀਕਲ ਸਬਮਿਟ ਕਰਨੇ ਸ਼ੁਰੂ ਕਰਤੇ। ਉਹਦੇ ਨਾਲ ਸੀਗਾ ਰੀਲੋਕੇਸ਼ਨ ਦਾ ਫੇਰ ਕੇਸ ਵੀਕ ਕਰ ਗਿਆ ਕਿ ਆਹ ਤਾਂ 2 ਸਟੇਟਸ ਹੈਗੀਆਂ ਜਿੱਥੇ ਆਮ ਆਦਮੀ ਪਾਰਟੀ ਜਿੱਤੀ ਆ, ਤੇ ਇਹ ਦੂਜੀ ਪਾਰਟੀਆਂ ਦੇ ਵਿਰੋਧੀ ਇਹਨਾਂ ਨੇ ਸਹੁੰ ਖਾਧੀ ਆ। ਤੇ ਸਰਕਾਰ ਵੀ ਅੱਗੋਂ ਆਰਟੀਕਲ ਦਿੰਦੀ ਹੈ ਕਿ ਜਿੱਦਾਂ ਹੁਣ ਸ਼ਿਵ ਸੈਨਾ ਵਾਲਿਆਂ ਨਾਲ ਲੜਾਈ ਜਦੋਂ ਹੋਈ ਸੀਗੀ ਪੰਜਾਬ 'ਚ, ਤੇ ਭਗਵੰਤ ਮਾਨ ਹੋਣਾ ਨੇ ਉਹਨਾਂ ਤੇ ਪਰਚਾ ਪਾਇਆ ਸੀ ਸ਼ਿਵ ਸੈਨਾ ਵਾਲਿਆਂ ਨੇ ਕਿ ਇਹ ਬਚਾ ਲੈਂਦੇ ਆ, ਕਿ ਇਹ ਜਿਹੜੀ ਪਾਰਟੀ ਹੈਗੀ ਆ ਨਿਊਟਰਲ ਪਾਰਟੀ ਆ। ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਬੰਦੇ ਨੂੰ ਕਲਾਇੰਟ ਨੂੰ, ਰਿਸਪੋਂਡੈਂਟ ਨੂੰ ਕੁਐਸਚਨ ਪੁੱਛੇ ਜਾਂਦੇ ਆ ਕਿ ਆਹ ਏਦਾਂ ਹੋਇਆ ਸੀਗਾ, ਤੇ ਉਹ ਵਾਲਾ ਰਿਸਪੋਂਡੈਂਟ ਜਿਹੜਾ ਖਬਰਾਂ 'ਚ ਦਿਲਚਸਪੀ ਨਹੀਂ ਲੈਂਦਾ, ਜਿਹੜਾ ਸਿਰਫ ਆਪਣੇ ਇੱਥੇ ਪੈਸੇ ਬਟੋਰਨ ਤੇ ਲੱਗਿਆ ਹੋਇਆ, ਜਿਹਨੂੰ ਪੋਲਿਟਿਕਸ ਦਾ ਕੁਝ ਨਹੀਂ ਪਤਾ ਹੈਗਾ, ਉਹ ਆਪਾਂ ਦੇਖਦੇ ਹਾਂ ਕਿ ਉਹ ਫਲॉप ਹੋ ਜਾਂਦੇ ਨਾ ਕੋਰਟ ਦੇ ਵਿੱਚ ਜਾ ਕੇ, ਆਨਸਰ ਨਹੀਂ ਦੇ ਪਾਉਂਦੇ ਕਿ ਏਦਾਂ ਕਿਉਂ ਹੋਇਆ। ਤੇ ਉਹ ਜਿਹੜੇ ਬੰਦੇ ਜਿਹੜੇ ਕਿ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ, ਜਿਹਨਾਂ ਨੂੰ ਵਾਕਈ ਪਤਾ ਗਰਾਊਂਡ ਲੈਵਲ ਤੇ ਕੀ ਚੱਲ ਰਿਹਾ, ਟਿਕਟੌਕ ਵਾਲੀਆਂ ਖਬਰਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਐਕਚੁਅਲ ਰੀਅਲ ਖਬਰਾਂ ਇਹਨਾਂ ਨੂੰ ਪਤਾ ਵਾ ਕਿ ਮਾਹੌਲ ਕੀ ਹੈ, ਪੋਲੀਟੀਕਲ ਮਾਹੌਲ ਕੀ ਹੈ, ਕਿ ਉਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਐਡਵਾਂਟੇਜ ਜਿਹੜੀ ਹੈ ਉਹਦੇ ਵਿੱਚ ਹੋਣੀ ਸ਼ੁਰੂ ਹੋ ਗਈ। ਹੂੰ, ਹੂੰ। ਤੇ ਇਹ ਨਹੀਂ ਸਾਰਾ, ਜੀ, ਜੀ। ਇਹਨੂੰ ਸਾਰਿਆਂ ਨੂੰ ਜੇ ਹੁਣ ਸਾਰਿਆਂ ਨੂੰ ਇਕੱਠਾ ਕਰ, ਸਾਰੀ ਚੀਜ਼ ਨੂੰ ਜੇ ਇਕੱਠਾ ਕਰੀਏ, ਕੀ ਸੀਗਾ ਕਿ ਬੜੀਆਂ ਸਾਰੀਆਂ ਚੀਜ਼ਾਂ ਲਾਈਵ ਜਿਹੜੀਆਂ ਉਹ ਹੋ ਰਹੀਆਂ ਕਿ ਆਮ ਆਦਮੀ ਦੇ ਪਾਰਟੀ ਦੇ 2 ਐਮਐਲਏ ਤੇ ਕੇਸ ਕਰਤਾ, ਉਹਨਾਂ ਤੇ ਇਨਕਮ ਟੈਕਸ ਦੀ ਰੇਡ ਪਾਤੀ, ਦਿੱਲੀ ਦੇ ਵਿੱਚ ਕਿਸਾਨ ਮਰੇ ਸੀਗੇ, ਕਿਹਦੀ ਦੇਖ-ਰੇਖ 'ਚ ਮਰੇ ਸੀਗੇ। ਸੋ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੁਣ ਔਨ ਦਾ ਟੇਬਲ ਹੈਗੀਆਂ ਇਸ ਵੇਲੇ ਕਿ ਜਿਹੜੀਆਂ ਪੰਜਾਬ 'ਚ ਹੋਈਆਂ। ਸੋ ਹੁਣ ਗੱਲ ਸਾਰੀ ਇਹ ਆਂਦੀ ਕਿ ਜਿਹੜਾ ਬੰਦਾ ਵਾ, ਜਿਹੜਾ ਆਪਣਾ ਦੱਸ ਰਿਹਾ ਕਿ ਮੈਂ ਕਿਉਂ ਨਹੀਂ ਰੀਲੋਕੇਟ ਕਰ ਸਕਦਾ, ਕਿ ਉਹ ਬੰਦੇ ਨੂੰ ਪਤਾ ਹੈਗਾ ਕਿ ਕੀ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ, ਕਿ ਉਹਨੂੰ ਲਾਈਵ ਮਾਹੌਲ ਦਾ ਪਤਾ ਹੈਗਾ। ਸੋ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਪਾਂ ਦੇਖ ਰਹੇ ਹਾਂ, ਉਹ ਦੇਖ ਰਹੇ ਆਪਾਂ ਫੈਕਟ ਪੈਟਰਨ ਦੀ, ਕਿ ਲੋਕਾਂ ਨੂੰ ਫੈਕਟ ਪੈਟਰਨ ਨਹੀਂ ਆਪਣਾ ਪਤਾ ਕਿ ਕੇਸ ਕੁੱਟਮਾਰ, ਹੂੰ, ਉਸ ਤੋਂ ਬਾਅਦ ਅੱਗੇ ਅਮਰੀਕਾ 'ਚ ਆ ਗਏ, 7-8 ਸਾਲ ਹੋ ਗਏ, ਕਿ ਹੁਣ 7-8 ਸਾਲ ਦੇ ਵਿੱਚ ਹੋਇਆ ਕੀ ਹੈ, ਕਿ 7-8 ਸਾਲ ਦਾ ਜਿਹੜਾ ਵੇਰਵਾ ਵਾ, ਉਹ ਸਰਕਾਰ ਨੂੰ, ਜੱਜ ਨੂੰ ਕਿੱਦਾਂ ਦੇਣਾ। ਕਿ ਉਹ ਕਹਿੰਦਾ ਕਿ ਤੂੰ ਆਇਆ ਪਿਆ 2015 ਦੇ ਵਿੱਚ, ਹੁਣ ਚੱਲਦਾ ਪਿਆ 2022, ਮੇਬੀ ਤੁਹਾਡੀ ਜਦੋਂ ਤਰੀਕ ਆਣੀ ਆ ਉਦੋਂ 2026, 27, 28, ਹੂ ਨੋਜ਼। ਸੋ ਏਦਾਂ ਕਿ ਜਿਹੜਾ ਐਡਾ ਵੱਡਾ ਫਲਸਫਾ ਇਹਦੇ ਵਿੱਚ, ਹੁਣ ਜਿੰਨੇ ਨਵੇਂ ਸਰਕਟ ਕੋਰਟ ਦੇ ਕੇਸ ਐਡ ਹੋਣੇ ਆ, ਇਹ ਸਾਰੇ ਨੂੰ ਤੁਸੀਂ, ਇਹ ਸਾਰਾ ਤੁਹਾਡਾ ਮੁੱਦਾ ਹੈਗਾ ਰੀਲੋਕੇਸ਼ਨ ਦਾ। ਜੇ ਆਪਾਂ ਇਹਨੂੰ ਸੀਰੀਅਸਲੀ, ਜੇ ਇਹਨੂੰ ਆਪਾਂ ਦੇਖਿਆ ਜਾਵੇ ਤਾਂ ਜੇ ਤਾਂ ਉਹੀ ਹੈ ਕਿ ਕੁੱਟ ਪਈ ਸੀਗੀ, ਠੀਕ ਆ, ਜੱਜ ਸਾਹਿਬ ਦੀ ਮਰਜ਼ੀ ਆ ਕੇਸ ਪਾਸ ਕਰਨਾ ਕਿ ਨਹੀਂ ਕਰਨਾ, ਫਿਰ ਤੁਹਾਨੂੰ ਰੀਲੋਕੇਸ਼ਨ ਦੇ ਮੁੱਦੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਹੂੰ। ਨਹੀਂ, ਬਿਲਕੁਲ ਕਾਫੀ ਕੁਛ ਚੇਂਜ ਹੋਇਆ ਹੁਣ ਜਦੋਂ 9 ਸਰਕਟ ਦਾ ਤੇ ਦੂਜੇ ਸਰਕਟ ਦਾ, ਉਹਨਾਂ ਦਾ ਸੇਮ ਥਿੰਗ ਦੇ ਉੱਤੇ ਡਿਫਰੈਂਟ ਪੁਆਇੰਟ ਆਫ ਵਿਊ ਆ। ਇੱਕ ਜਾਣੇ ਨੂੰ ਸਰਕਾਰ ਮੰਨਦੇ, ਇੱਕ ਸਰਕਾਰ ਦਾ ਹੱਥ ਮੰਨਦੇ, ਇੱਕ ਨੂੰ ਨਹੀਂ ਮੰਨਦੇ। ਸੋ ਕਿੱਥੇ ਕੀ ਹੋ ਰਿਹਾ, ਕਿੱਦਾਂ ਚੱਲ ਰਿਹਾ, ਸੋ ਉਹ ਬਹੁਤ ਲਾਜ਼ਮੀ ਆ, ਬਹੁਤ ਅਹਿਮ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਆ। ਸੋ ਤੁਸੀਂ ਬਰਡਨ ਆਫ ਪ੍ਰੂਫ ਦੇ ਉੱਤੇ ਕਾਫੀ ਜ਼ੋਰ ਜਿਹੜਾ ਉਹ ਦਿੱਤਾ। ਸੋ ਇਹ ਸਟ੍ਰੈਟਜੀ ਜਿਹੜੀ ਬਰਡਨ ਆਫ ਪ੍ਰੂਫ ਨੂੰ ਮੀਟ ਕਰਨ ਦੇ ਲਈ, ਉਹ ਕਿੰਨੀ ਕੁ ਗੰਭੀਰ ਆ ਤੇ ਕਿੱਥੋਂ ਤੱਕ ਬਰਡਨ ਆਫ ਪ੍ਰੂਫ ਨੂੰ ਮੀਟ ਕਰਨ ਦੇ ਲਈ ਜਾਣਾ ਪੈਂਦਾ ਹੈ? ਬਹੁਤ ਜ਼ਿਆਦਾ ਗੰਭੀਰ ਆ, ਕਿਉਂਕਿ ਆਪਣਾ ਤੁਹਾਨੂੰ ਹੁਣੇ ਕੇਸ ਦੱਸ ਦਿੰਦਾ ਹਾਂ, ਜਿਹਦੀ ਵੀਡੀਓ ਲੇਟੈਸਟ ਆਪਾਂ ਪਾਈ ਸੀਗੀ, ਸਰਦਾਰ ਜੀ ਸੀਗੇ, ਰੀਲੋਕੇਸ਼ਨ ਦੇ ਮੁੱਦੇ ਤੇ ਹੀ ਉਹਦੀ ਜੀ। ਬਹਿਸ ਚੱਲੀ ਸੀਗੀ। ਸਰਕਾਰ ਨੇ ਵੀ ਕਾਫੀ ਜ਼ਿਆਦਾ ਜਿਹੜਾ ਐਵੀਡੈਂਸ ਸੀਗਾ ਉਹ ਦਿੱਤਾ ਸੀਗਾ। ਸੋ ਬਰਡਨ ਆਫ ਪ੍ਰੂਫ ਦਾ ਕੀ ਹੈਗਾ ਕਿ ਬਰਡਨ ਆਫ ਪ੍ਰੂਫ ਇਹ ਹੁੰਦਾ ਕਿ ਜੇ ਕਿਸੇ ਬੰਦੇ ਨਾਲ ਪਾਸਟ ਪਰਸੀਕਿਊਸ਼ਨ ਹੋਈ ਹੈ, ਮਤਲਬ ਕਿ ਉੱਤੇ ਪੁਰਾਣੇ ਹਮਲੇ ਹੋਏ ਆ,
ਪੁਰਾਣੇ ਹਮਲੇ ਉਸ ਲੈਵਲ ਤੱਕ ਜੇ ਸੀਰੀਅਸ ਹਮਲੇ ਹੋਏ ਆ, ਤੇ ਜਿਹੜਾ 9th ਸਰਕਿਟ ਦਾ ਕੇਸ ਲਾਅ ਕੀ ਕਹਿੰਦਾ ਕਿ ਜਿਹੜਾ ਜੇ ਤੁਹਾਡੇ ਨਾਲ ਪਾਸਟ ਪਰਸੀਕਿਊਸ਼ਨ ਹੋਈ ਆ, ਤੇ ਆਪਾਂ ਐਜ਼ਿਊਮ ਕਰਾਂਗੇ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਪਰਸੀਕਿਊਸ਼ਨ ਹੋ ਸਕਦੀ ਆ। ਸੋ ਜਿਹੜਾ ਬਰਡਨ ਆਫ ਪ੍ਰੂਫ ਆ, ਮਤਲਬ ਕਿ ਕਿਹਦੀ ਜ਼ਿੰਮੇਵਾਰੀ ਆ, ਉਹ ਸਰਕਾਰ ਵੱਲ ਸ਼ਿਫਟ ਹੋ ਜਾਂਦੀ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਹੁਣ ਬਣਦੀ ਆ ਕਿ ਉਹ ਇਹ ਸ਼ੋਅ ਕਰੇ ਕਿ ਇਹ ਬੰਦਾ ਰੀਲੋਕੇਟ ਕਰ ਸਕਦਾ ਵਾ, ਕਿਤੇ ਹੋਰ ਸੇਫ ਜਾ ਕੇ ਰੀਜ਼ਨੇਬਲੀ ਜਾ ਕੇ ਰਹਿ ਸਕਦਾ ਹੈਗਾ। ਸੋ ਇਹਦੇ ਵਿੱਚ ਅੱਗੇ ਹੋਰ ਬਹੁਤ ਜ਼ਿਆਦਾ ਰੈਗੂਲੇਸ਼ਨ ਅੱਗੇ ਆ ਜਾਂਦੀਆਂ ਕਿ ਸਰਕਾਰ ਵੱਲ ਬਰਡਨ ਆ, ਸਰਕਾਰ ਨੇ ਸ਼ੋਅ ਕਰਤਾ ਕਿ ਇਹ ਫਲਾਨੀ ਜਗ੍ਹਾ ਜਾ ਸਕਦਾ। ਤੇ ਹਰੇਕ ਸਰਕਿਟ ਦਾ, ਹੁਣ ਸਾਰੇ ਸਰਕਿਟ ਦੇ ਤਾਂ ਚਲੋ ਕੇਸ ਲਾਅ ਅੱਜ ਡਿਸਕਸ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਮੋਟੇ ਤੌਰ ਤੇ ਉਦਾਹਰਨ ਦੇ ਦਿੰਦਾ ਕਿ ਲਾਅ ਇਹ ਕਹਿੰਦਾ ਕਿ ਜਿਹੜੇ ਕੇਸਾਂ ਦੇ ਵਿੱਚ ਸਰਕਾਰ ਪਰਸੀਕਿਊਟਰ ਹੁੰਦੀ ਹੈ, ਮਤਲਬ ਕਿ ਗਵਰਨਮੈਂਟ ਪਰਸੀਕਿਊਟਰ ਹੁੰਦੀ ਆ, ਉਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨੇ ਇਹ ਸ਼ੋਅ ਕਰਨਾ ਕਿ ਜਿਹੜੀ ਰੀਲੋਕੇਸ਼ਨ ਆ ਉਹ ਕਿਸੇ ਵੀ ਹਾਲਾਤ ਦੇ ਵਿੱਚ ਰੀਜ਼ਨੇਬਲ ਜਾਂ ਸੇਫ ਨਹੀਂ ਹੈਗੀ। ਤੇ ਜਿਹੜਾ ਕੇਸ ਲਾਅ ਸਾਰਾ ਹੁਣ ਜਿਹੜੀ ਸਾਡੀ ਐਕਚੁਅਲੀ ਬਹਿਸ ਚੱਲਦੀ ਹੈ ਕਿ ਕੀ ਹੋਇਆ ਸੀਗਾ ਇਸ ਕੇਸ ਦੇ ਵਿੱਚ, ਉਹਨੇ ਬੰਦੇ ਨੇ ਆਪਣਾ ਹੀ ਸਾਰਾ ਜੋ ਚੀਜ਼ਾਂ ਦੱਸੀ ਉਹਨੇ ਦੱਸਤਾ ਕਿ ਇਦਾਂ ਆਮ ਆਦਮੀ ਪਾਰਟੀ ਦੇ ਆ ਬੰਦੇ ਮਰ ਗਏ, ਮੈਂ ਕਿਤੇ ਹੋਰ ਜਾ ਕੇ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ, ਸਾਰਾ ਸਾਰਾ ਉਹਨੇ ਪਰਫੈਕਟਲੀ ਕਹਿਤਾ, ਉਹ ਖਤਮ ਹੋ ਗਿਆ। ਜਿਹੜਾ ਜੱਜ ਸੀਗਾ ਉਹ ਨਿਊਟਰਲ ਸੀਗਾ, ਉਹ ਸਰਕਾਰ ਕਹਿੰਦੀ ਕਿ ਆਪਾਂ ਆਪਣਾ ਬਰਡਨ ਮੀਟ ਕਰ ਦਿੱਤਾ, ਆਪਾਂ ਐਵੀਡੈਂਸ ਦਿੱਤਾ, ਕੰਟਰੀ ਕੰਡੀਸ਼ਨ ਦਿੱਤੀਆਂ, ਤੇ ਇਹਨਾਂ ਨੇ ਆਪਣਾ ਜਿਹੜਾ ਐਵੀਡੈਂਸ ਨਹੀਂ, ਇਹ ਬੰਦਾ ਸੰਗਰੂਰ ਜਾ ਸਕਦਾ ਹੈ, ਘੱਟੋ ਘੱਟ ਉੱਥੇ ਜਾ ਸਕਦਾ ਹੈ, ਦਿੱਲੀ ਜਾ ਸਕਦਾ, ਤੇ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਪਾਂ ਹਰੇਕ ਐਂਗਲ ਆਪਾਂ ਐਕਸਪਲੋਰ ਕਰਕੇ ਦੱਸੀਏ। ਤੋ ਸਾਡੀ ਜਿਹੜੀ ਸਾਰੀ ਬਹਿਸ ਸੀਗੀ ਵਿਨਿੰਗ ਸਟ੍ਰੈਟਜੀ, ਉਹਦੇ ਵਿੱਚ ਸਾਰਾ ਜਿਹੜਾ ਕਲੋਜ਼ਿੰਗ ਸਟੇਟਮੈਂਟਸ ਵਗੈਰਾ ਸਾਰੀਆਂ ਉਸੇ ਟੌਪਿਕ ਤੇ ਚੱਲੀਆਂ ਕਿ ਸਰਕਾਰ ਦਾ ਜਿਹੜਾ ਬਰਡਨ ਆਫ ਪ੍ਰੂਫ ਆ ਉਹ ਕੀ ਹੈਗਾ, ਕਿ ਉਹਨੇ ਆਪਣਾ ਬਰਡਨ ਆਫ ਪ੍ਰੂਫ ਮੀਟ ਕਰਤਾ ਕਿ ਨਹੀਂ ਕਰਤਾ, ਤੇ ਜੇ ਬਰਡਨ ਆਫ ਪ੍ਰੂਫ ਸਾਡੇ ਵੱਲ ਸ਼ਿਫਟ ਕਰਦਾ ਆਪਾਂ ਉਹਨੂੰ ਮੀਟ ਕੀਤਾ ਕਿ ਨਹੀਂ ਕੀਤਾ। ਸੋ ਉਹਦੇ ਵਿੱਚ ਇਹ ਸੀਗਾ ਕਿ ਸਾਡੀ ਆਰਗੂਮੈਂਟ ਇਹ ਸੀਗੀ ਕਿ ਸਰਕਾਰ ਨੂੰ ਇਹ ਹਾਲਾਤ ਦੇ ਵਿੱਚ ਜਿਹਦੇ ਵਿੱਚ ਕਿ ਪਾਸਟ ਪਰਸੀਕਿਊਸ਼ਨ ਸੀਗੀ, ਤੇ ਬੰਦੇ ਨੇ ਲੇਟੈਸਟ ਆਪਣਾ ਦੱਸਿਆ ਕਿ ਉਹਦੇ ਘਰੇ ਕੀ ਹੋ ਰਿਹਾ, ਕੌਣ ਆ ਰਿਹਾ ਜਾ ਰਿਹਾ, ਲੇਟੈਸਟ 2022 ਦੀ ਥ੍ਰੈਟਸ ਕੀ ਸੀਗੇ, ਉਹ ਕੇਸਿਸ ਦੇ ਵਿੱਚ ਸਰਕਾਰ ਨੇ ਇਹ ਸ਼ੋਅ ਕਰਨਾ ਹੁੰਦਾ ਕਿ ਸਿਰਫ ਉਹਨਾਂ ਨੇ ਇਹ ਨਹੀਂ ਸ਼ੋਅ ਕਰਨਾ ਕਿ ਬੰਦਾ ਕਿਤੇ ਜਾ ਕੇ ਰਹਿ ਸਕਦਾ, ਉਹਨਾਂ ਨੇ ਇਹ ਸ਼ੋਅ ਕਰਨਾ ਕਿ ਬੰਦਾ ਹਰੇਕ ਸਰਕਮਸਟੈਂਸ ਦੇ ਅੰਦਰ, ਮਤਲਬ ਕਿ ਅੰਡਰ ਆਲ ਸਰਕਮਸਟੈਂਸਸ ਕਿਤੇ ਹੋਰ ਰੀਲੋਕੇਟ ਹੋ ਸਕਦਾ ਕਿ ਨਹੀਂ ਹੋ ਸਕਦਾ। ਸਾਡੀ ਜਿਹੜੀ ਬਹਿਸ ਸੀਗੀ ਉਹ ਇਹ ਸੀਗੀ ਕਿ ਜਿਹੜੀ ਸਰਕਾਰ ਸੀਗੀ ਉਹਨੇ ਅੰਡਰ ਆਲ ਸਰਕਮਸਟੈਂਸਸ ਵਾਲੀ ਆਪਣੀ ਰਿਕੁਆਇਰਮੈਂਟ ਮੀਟ ਨਹੀਂ ਕੀਤੀ, ਉਹਨੇ ਇਹ ਰਿਕੁਆਇਰਮੈਂਟ ਮੀਟ ਕੀਤੀ ਹੈ ਕਿ ਬੰਦਾ ਕਿਤੇ ਹੋਰ ਜਾ ਕੇ ਰਹਿ ਸਕਦਾ, ਉਹਨੇ ਇਹ ਨਹੀਂ ਸ਼ੋਅ ਕੀਤਾ ਕਿ ਆਪਣੇ ਹੱਕਾਂ ਦੀ ਮੰਗ ਕਰਦਾ ਹੋਇਆ ਕਿਤੇ ਜਾ ਕੇ ਰਹਿ ਸਕਦਾ। ਸੋ ਸਾਡਾ ਐਮਫੈਸਿਸ ਇਹ ਸੀਗਾ ਕਿ ਸਰਕਾਰ ਨੇ ਬਾਕੀ ਸਾਰਾ ਐਵੀਡੈਂਸ ਦਿੱਤਾ, ਪਰ ਉਹ ਇਹ ਸ਼ੋਅ ਕਰਨਾ ਭੁੱਲ ਗਈ ਇਹਦੇ ਨਾਲ ਆਪਣਾ ਐਵੀਡੈਂਸ ਦੇਵੇ ਕਿ ਇਹ ਬੰਦਾ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਉੱਥੇ ਜਾ ਕੇ ਸੇਫਲੀ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਕਿ ਉਹਦੇ ਹੂੰ। ਨਾਲ ਸੰਗਰੂਰ ਜਾ ਕੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਰਾਈਟ। ਸੋ ਜਿਹੜਾ ਜੱਜ ਹੁੰਦਾ ਉਹ ਫਿਰ ਬੈਕ ਐਂਡ ਫੋਰਥ ਜਾਂਦਾ ਕਿ ਤੁਸੀਂ ਇਦਾਂ ਕਿਉਂ ਕਹਿੰਦੇ ਆ, ਫਿਰ ਤੁਹਾਡੇ ਕੋਲ ਸੁਣਦਾ, ਫਿਰ ਸਰਕਾਰ ਦੀ ਵਾਰੀ ਆਂਦੀ ਕਿ ਤੁਸੀਂ ਇਦਾਂ ਕਿਉਂ ਕਹਿੰਦੇ ਆ, ਰਾਈਟ। ਸੋ ਓਵਰਆਲ ਜਿਹੜਾ ਸੀਗਾ ਬੈਲੈਂਸ ਰੱਖਦੇ ਹੋਏ ਹੋਰ ਕਾਫੀ ਸਾਰੇ ਜਿੱਦਾਂ ਸਟੈਂਡਰਡ ਹੁੰਦੇ ਆ ਲਾਅ ਦੇ, ਰੀਜ਼ਨੇਬਲ ਸਟੈਂਡਰਡ, ਮੋਰ ਲਾਈਕਲੀ ਦੈਨ ਨਾਟ ਸਟੈਂਡਰਡ, ਹਨਾ, ਤਾਂ ਉਹ ਤੁਸੀਂ ਆਰਗੂ ਕਰਦੇ ਆ ਕਿ ਸਰ ਆਪਾਂ ਜਿਹੜਾ ਸੀਗਾ ਆਪਾਂ ਆਪਣੀ ਰਿਕੁਆਇਰਮੈਂਟ ਸ਼ੋਅ ਕਰਤੀ, ਤੇ ਸਾਡੇ ਕੋਲ ਇਨਫ ਐਵੀਡੈਂਸ ਹੈਗਾ, ਆਪਾਂ ਕੰਟਰੀ ਕੰਡੀਸ਼ਨ ਜਮ੍ਹਾਂ ਕਰਾਤੇ, ਆਪਾਂ ਇਹ ਦੱਸਤਾ ਕਿ ਜਿਹੜੀ ਵਿਨਿੰਗ ਪਾਰਟੀ ਵੀ ਹੈਗੀ ਆ ਉਹਦੇ ਆਪਣੇ ਐਮਐਲਏ ਉਹਨਾਂ ਦੇ ਨਾਲ ਕੀ ਹੋਇਆ ਜਦੋਂ ਇਹ ਪਾਰਟੀ ਦਿੱਲੀ ਬੜੀ 'ਚ ਸੀਗੀ, ਹੂੰ, ਹੂੰ। ਦਿੱਲੀ 'ਚ ਸੀਗੀ ਸਾਰਾ ਉਹ ਧਰਨਿਆਂ ਦੇ ਵਿੱਚ ਦਿੱਲੀ ਦੇ ਵਿੱਚ ਕਿੰਨੇ ਲੋਕੀ ਮਾਰੇ ਗਏ, ਕਿੰਨੀ ਕਿ ਇਹ ਇਫੈਕਟਿਵ ਪਾਰਟੀ ਹੈਗੀ ਆ, ਨਵੀਂ ਪਾਰਟੀ ਹੈਗੀ ਆ। ਹੂੰ, 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 ਇਹਦੇ ਹੂੰ। ਦੇ ਨਾਲ-ਨਾਲ ਕਿ ਆਹੀ ਜਿਹੜੇ ਤੁਸੀਂ ਕਹਿੰਦੇ ਆ ਕਿ ਸੰਗਰੂਰ ਦੇ ਵਿੱਚ ਇੱਕ ਸੀਟ ਹੈ, ਕਿ ਇੱਕ ਸੀਟ ਦਾ ਮਤਲਬ ਕੀ ਹੁੰਦਾ, ਰਾਈਟ। ਤੇ ਇੱਕ ਸੀਟ ਵਾਲਾ ਬੰਦਾ ਕਿੰਨੀ ਕੁ ਕੰਟਰੋਲ ਰੱਖਦਾ, ਕਿੰਨੀ ਕੁ ਐਕਸਰਸਾਈਜ਼ ਕਰਦਾ, ਕਿੰਨੀ ਕੁ ਪੁਲਿਸ ਉਹਦੇ ਕਹਿਣੇ ਤੇ ਚੱਲਦੀ ਆ, ਕਿੰਨਾ ਕੁ ਨਹੀਂ ਚੱਲਦੀ ਆ। ਹੂੰ, ਹੂੰ, ਹੂੰ। ਉਹ ਸਾਰੇ ਨੂੰ ਕਰਕੇ ਜਿਹੜਾ ਜੱਜ ਸੀਗਾ ਉਹਨੇ ਫਿਰ ਐਂਡ 'ਚ ਇੱਕੋ ਲਾਈਨ 'ਚ ਡਿਸੀਜਨ ਦਿੱਤਾ ਸੀਗਾ ਕਿ ਜਿਹੜੀ ਸਰਕਾਰ ਹੈਗੀ ਆ ਉਹਨੇ ਆਪਣਾ ਟਰੂ ਬਰਡਨ ਆਫ ਪ੍ਰੂਫ ਜਿਹੜਾ ਹੈਗਾ ਉਹ ਮੀਟ ਨਹੀਂ ਕੀਤਾ, ਤਾਂ ਕਰਕੇ ਜਿਹੜੀ ਰੀਲੋਕੇਸ਼ਨ ਦੀ ਆਰਗੂਮੈਂਟ ਆ ਉਹ ਸਰਕਾਰ ਹਾਰ ਜਾਂਦੀ ਆ, ਬਰਡਨ ਉੱਤੇ ਪੈਂਦਾ, ਸਾਡੇ ਤੇ ਨਹੀਂ ਪੈਂਦਾ। ਸੋ ਪਹਿਲਾਂ ਤਾਂ ਇਹ ਹੈ ਕਿ ਪਹਿਲਾਂ ਤੁਸੀਂ ਉਹਨਾਂ ਦੇ ਕੋਰਟ ਦੇ ਵੱਲ ਹੀ ਗੇਂਦ ਰੱਖਦੇ ਆ ਕਿ ਇਹਨਾਂ ਦਾ ਬਰਡਨ ਹੈਗਾ, ਮੇਰੀ ਜ਼ਿੰਮੇਵਾਰੀ ਨਾ ਸੁੱਟੋ, ਤੇ ਫਿਰ ਜੇ ਮੇਰੀ ਜ਼ਿੰਮੇਵਾਰੀ ਉਹ ਸੁੱਟਦੇ ਆ ਤਾਂ ਫਿਰ ਅੱਗੇ ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਅੱਗੇ ਹੋਰ ਕਿੱਦਾਂ ਪ੍ਰੂਵ ਕਰਨਾ। ਪਰ ਪਹਿਲੀ ਮੇਰੀ ਫਾਈਟ ਇਹੀ ਰਹੂਗੀ ਹਮੇਸ਼ਾ ਕਿ ਇਹ ਬਰਡਨ ਹਮੇਸ਼ਾ ਸਰਕਾਰ ਦੇ ਵੱਲ ਆ, ਤੁਸੀਂ ਮੇਰੇ ਤੋਂ ਨਾ ਪੁੱਛੋ, ਪਹਿਲਾਂ ਤੁਸੀਂ ਉਹਨਾਂ ਤੋਂ ਪੁੱਛੋ। ਜਦੋਂ ਸੈਟਿਸਫਾਈ ਕਰ ਦੋਗੇ ਫਿਰ ਤੁਸੀਂ ਮੇਰੇ ਤੋਂ ਆਹ ਆਰਗੂਮੈਂਟ ਪੁੱਛੋ ਕਿ ਉਹਨਾਂ ਨੇ ਸੈਟਿਸਫਾਈ ਕੀਤਾ ਕਿ ਨਹੀਂ ਕੀਤਾ, ਫਿਰ ਆਪਾਂ ਉਹ ਚੀਜ਼ ਤੇ ਬਹਿਸ ਕਰਾਂਗੇ। ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਮੈਂ ਉਹ ਆਰਗੂਮੈਂਟ ਹਾਰ ਗਿਆ, ਫਿਰ ਮੇਰੇ ਵੱਲ ਆਂਦਾ ਕਿ ਫਿਰ ਮੈਂ ਸ਼ੋਅ ਕਰੂੰਗਾ ਕਿ ਕਿਉਂ ਰੀਜ਼ਨੇਬਲ ਜਾਂ ਸੇਫ ਨਹੀਂ ਹੈਗਾ। ਸੋ ਬਿਲਕੁਲ ਪਹਿਲੋਂ ਹੀ ਹਥਿਆਰ ਸਿੱਟਦੇ ਨੇ, ਉਹ ਕਿਤੇ ਨਾ ਕਿਤੇ ਕੰਮ ਖਰਾਬ ਹੋ ਜਾਂਦਾ, ਜਿੱਦਾਂ ਕੋਈ ਆਰਗੂਮੈਂਟ ਨਹੀਂ ਕਰਨਾ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਕਈ ਕੇਸ ਪੜ੍ਹੇ ਉਹਨਾਂ ਵਿੱਚ ਅਜਿਹੇ ਮੁੱਦਿਆਂ ਦੇ ਉੱਤੇ ਉਹਨਾਂ ਲੋਕਾਂ ਦੇ, ਉਹਨਾਂ ਕਲਾਇੰਟਸ ਦੇ ਜਿਹੜੇ ਵਕੀਲਾਂ ਨੇ ਪਹਿਲੋਂ ਆਰਗੂਮੈਂਟ ਨਾ ਕਰਨੇ ਜਾਂ ਉਹਨਾਂ ਨੂੰ ਜਵਾਬ ਜਿਹੜਾ ਸਹੀ ਨਹੀਂ ਦੇਣਾ, ਉਹ ਬਹੁਤ ਆ। ਸੋ ਇਹਦੇ ਇਦਾਂ ਜਿੱਦਾਂ ਹੁਣ ਲਗਾਤਾਰ ਹੋਈ ਜਾਂਦਾ, ਆਪਾਂ ਕੰਟਰੀ ਕੰਡੀਸ਼ਨਸ ਦੀ ਗੱਲ ਕਰਦੇ ਰਹੇ ਹਾਂ ਪਹਿਲਾਂ ਵੀ, ਸੋ ਇਹ ਸਥਿਤੀਆਂ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ। ਸੋ ਇੱਕ ਵਕੀਲ ਨੂੰ, ਇੱਕ ਕਲਾਇੰਟ ਨੂੰ, ਸਾਰਿਆਂ ਨੂੰ ਆਪਣੀ ਟਾਪ ਆਫ ਦਾ ਗੇਮ, ਲਾਈਕ ਟਾਪ ਦੇ ਉੱਤੇ ਰਹਿਣਾ ਪੈਂਦਾ।
ਹਾਂਜੀ, ਬਿਲਕੁਲ ਟੌਪ ਤੇ ਰਹਿਣਾ ਪੈਂਦਾ। ਪਰ ਮੇਨ ਮੁੱਦਾ ਏਦਾਂ ਦੇਖੋ ਹੁਣ ਕੀ ਹੈ ਕਿ ਸਾਡਾ ਜਿਹੜਾ ਸਿਨੈਰੀਓ ਸੀਗਾ, ਹਰੇਕ ਬੰਦਾ ਕੋਈ ਫਾਈਨੈਂਸ਼ੀਅਲੀ ਮੋਟੀਵੇਟਿਡ ਆ, ਕੋਈ ਕਰੀਅਰ ਨੂੰ ਮੋਟੀਵੇਟਿਡ ਆ, ਕੋਈ ਕਹਿੰਦਾ ਮੇਰਾ ਸੁਪਰੀਮ ਕੋਰਟ ਤੱਕ ਕੇਸ ਜਾਵੇ, ਹਰੇਕ ਦੇ ਆਪਣੇ-ਆਪਣੇ ਪਹਿਲੂ ਆ। ਨੋ ਡਾਊਟ ਹਰੇਕ ਬੰਦਾ ਕੰਮ ਕਰਦਾ ਪੈਸੇ ਲਈ ਕਰਦਾ, ਨੋ ਡਾਊਟ। ਪਰ ਏਦਾਂ ਕਿ ਇੱਕ ਚੀਜ਼ ਹੈਗੀ ਕਿ ਹੁਣ ਇਹ ਚੀਜ਼ ਨੂੰ ਬੰਦਾ ਮੈਨੂੰ ਆਪਣਾ ਪਤਾ ਕਿ ਮੈਂ ਕਿਹਾ ਹੁਣ 20 ਸਾਲ ਸਿੰਪਲੀ ਤੁਸੀਂ ਸਿਰਫ ਇਸ ਗੱਲ ਕਰਕੇ ਕੰਮ ਨਹੀਂ ਕਰ ਸਕਦੇ ਕਿ ਮੈਂ ਸਿਰਫ ਪੈਸਾ ਕਮਾਉਣਾ ਹੈਗਾ, ਤੁਹਾਨੂੰ ਉਹ ਕੰਮ ਕਰਕੇ ਮਜ਼ਾ ਵੀ ਆਉਣਾ ਚਾਹੀਦਾ। ਸੋ ਜਿਹੜਾ ਇਹਦੇ ਵਿੱਚ ਮਜ਼ੇ ਵਾਲਾ ਐਲੀਮੈਂਟ ਆ ਉਹੀ ਹੈਗਾ ਕਿ ਕੀ ਕੰਪਲੈਕਸਿਟੀਆਂ, ਕੀ ਟੈਕਨੀਕੈਲਿਟੀਆਂ ਹੈਗੀਆਂ। ਸੋ ਮੇਰਾ ਇੰਟਰਸਟ ਉਹਦੇ ਵਿੱਚ ਹੈਗਾ, ਮੈਨੂੰ ਇਹ ਹੈਗਾ ਕਿ ਜੇ ਮੈਂ ਉਹ ਟੈਕਨੀਕਲ ਕੰਮ ਕਰੂੰਗਾ ਏਦਾਂ ਕਿ ਐਂਡ ਆਫ ਦਾ ਡੇ ਜੇ ਮੈਂ ਟੈਕਨੀਕਲ ਕੰਮ ਕਰਦਾ ਐਫੀਲੀਏਟ ਲੈਵਲ ਤੇ, ਉਹ ਚੀਜ਼ ਦੀ ਇੱਕ ਡਿਮਾਂਡ ਹੈਗੀ ਆ, ਮੈਨੂੰ ਲੋਕੀ ਆਪੇ ਚੇਜ਼ ਕਰੂਗੇ। ਪੈਸਾ ਇੱਕ ਬਾਈ ਪ੍ਰੋਡਕਟ ਹੈ, ਸੋ ਪੈਸੇ ਨੂੰ, ਵੋਲਿਊਮ ਨੂੰ ਰਿੰਸ ਐਂਡ ਰਿਪੀਟ ਕਰਕੇ ਕਈ ਵਾਰੀ ਤੁਸੀਂ ਕਲਾਇੰਟਾਂ ਤੋਂ ਸੁਣੋਗੇ ਮੇਰੇ ਕੋਲ ਆਉਂਦੇ ਏਦਾਂ, ਮੈਂ ਕਹਿੰਦਾ ਕਿ ਨਹੀਂ ਯਾਰ ਮੈਂ ਤੇਰਾ ਕੇਸ ਨਹੀਂ ਲੈਣਾ ਨਾ, ਕਿਉਂ ਨਹੀਂ ਲੈਣਾ ਕਿ ਵਾਟਐਵਰ ਮਾਈ ਰੀਜ਼ਨ ਇਜ਼, ਹਨਾ। ਤੇ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਉਹ ਵਾਲਾ ਪੜਾਵ ਜਿਹੜਾ ਸੀਗਾ ਫਾਈਨੈਂਸ਼ੀਅਲ ਆਪਣੀਆਂ ਰਿਕੁਆਇਰਮੈਂਟਾਂ ਮੀਟ ਹੋ ਚੁੱਕੀਆਂ। ਹੁਣ ਜਿਹੜਾ ਅਗਲਾ ਪੜਾਵ ਉਹ ਹੈਗਾ ਕਿ ਆਪਣੀ ਛਾਪ ਛੱਡਣੀ ਹੈ ਇੰਡਸਟਰੀ ਦੇ ਵਿੱਚ, ਟੈਕਨੀਕਲ ਕੇਸ ਕਰਨੇ ਆ, ਕੇਸ ਲਾਅ ਨੂੰ ਇਨਫਲੂਐਂਸ ਕਰਨਾ ਹੈਗਾ। ਸੋ ਹਾਂਜੀ, ਆਪਣੀ ਗੇਮ ਨੂੰ ਟੌਪ ਤੇ ਰਹਿਣਾ ਚਾਹੀਦਾ, ਤਾਂ ਹੀ ਕੰਮ ਕਰਨ ਦਾ ਮਜ਼ਾ। ਜਿੱਦਾਂ ਇੱਕ ਮਿਸਤਰੀ ਹੈ, ਉਹਦਾ ਕੰਮ ਹੈਗਾ ਕਿ ਵਧੀਆ ਡਿਜ਼ਾਇਨ ਕਰਕੇ ਬਿਲਡਿੰਗ ਬਣਾਉਣੀ, ਜੇ ਉਹ ਬਿੰਗੀ ਹੂੰ, ਟੇਢੀ ਹੂੰ। ਬਣਾਊਗਾ, ਜਿਹਦੇ ਲਈ ਬਣਾਊਗਾ ਉਹਨੂੰ ਵੀ ਨਹੀਂ ਮਜ਼ਾ ਆਊਗਾ। ਸੋ ਇਹ ਹੈਗਾ ਕਿ ਸਿਰਫ ਗੱਲ ਕੇਸ ਜਿੱਤਣ ਦੀ ਨਹੀਂ ਹੈਗੀ, ਕੇਸ ਜਿੱਤਣਾ ਵੀ ਆ, ਪਰ ਸਟਾਈਲ ਨਾਲ ਕੇਸ ਜਿੱਤਣ ਦੇ ਵਿੱਚ ਮਜ਼ਾ ਹੈਗਾ ਕਿ ਤੁਸੀਂ ਸਹੀ ਰੀਜ਼ਨ ਕਰਕੇ ਕੇਸ ਜਿੱਤੋ। ਜੇ ਹਾਰੋ ਵੀ ਸਹੀ ਰੀਜ਼ਨ ਕਰਕੇ, ਜੇ ਕੇਸ ਹਾਰੋ ਤਾਂ ਫਿਰ ਉਹਨੂੰ ਅਪੀਲ ਦੇ ਵਿੱਚ ਤੁਸੀਂ ਕਰਦੇ ਆ, ਫਿਰ ਤੁਹਾਨੂੰ ਅਪੀਲ ਕਰਨ ਦਾ ਵੀ ਮਜ਼ਾ ਹੈਗਾ, ਰਾਈਟ। ਸੋ ਹੂੰ, ਏਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਹੁਣ ਆਪਣਾ ਟਾਈਮ ਉਹ ਵਾਲਾ ਆ ਗਿਆ ਕਿ ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸੋਚਣੀਆਂ ਪੈਣੀਆਂ ਕਿ ਕਿਹੜੀ ਚੀਜ਼ ਨੂੰ ਹੱਥ ਪਾਉਣਾ, ਫਾਈਟ ਕਿੱਥੇ ਲਾਈ ਕਰਦੀ ਹੈ ਕਿ ਸਿਰਫ ਮੇਰੇ ਕਲਾਇੰਟ ਦਾ ਹੀ ਨਹੀਂ ਫਾਇਦਾ ਹੋਵੇ ਕਿ ਜਿਹੜਾ ਅੱਗੇ ਕੇਸ ਲਾਅ ਲੇ ਡਾਊਨ ਕਰਦਾ, ਕਿ ਜਿਹੜੇ ਆਉਣ ਵਾਲੇ ਕੇਸਿਸ ਆ, ਕਿ ਜਿੱਦਾਂ ਹੁਣ ਕੇਸ ਖਰਾਬ ਹੋ ਗਿਆ ਸੈਕੰਡ ਸਰਕਿਟ ਦੇ ਵਿੱਚ, ਉਹ ਹਾਂਜੀ। ਆਰਗੂਮੈਂਟ ਸਹੀ ਤਰੀਕੇ ਨਾਲ ਹੋਣ, ਕਿ ਜਿਹੜੇ ਪ੍ਰੈਸੀਡੈਂਟ ਇਸ ਹਿਸਾਬ ਨਾਲ ਲੇ ਡਾਊਨ ਹੋਵੇ ਕਿ ਜਿਹੜੇ ਆਉਣ ਵਾਲੇ ਕੇਸਿਸ ਆ ਉਹਨਾਂ ਨੂੰ ਵੀ ਉਹਦੇ ਵਿੱਚ ਫਾਇਦਾ ਹੋਵੇ। ਜੀ।